ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਹਮ ਅਵਗੁਣ ਭਰੇ ਏਕ ਗੁਣ ਨਾਈ। ਅਮਰਤ ਛਾੜ ਬਿਖਾਈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸਤਿਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਹਿ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦੀਆਂ ਦਾਤਾਂ ਪ੍ਰਾਪਤ ਹੋਈਆਂ ਹਨ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਸ ਪ੍ਰਭੂ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਦੀ ਵਡਿਆਈ ਕਰਨ ਦਾ ਮਨੁੱਖਾ ਦੇਹੀ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਸਰਬਤ ਸੰਗਤਾਂ ਨੇ ਸਰਵਣ ਕੀਤਾ ਹੈ। ਅੰਮ੍ਰਿਤ ਵੇਲੇ ਅੰਮ੍ਰਿਤਮਈ ਗੁਰਬਾਣੀ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਲੀ ਪਵਿੱਤਰ ਗੁਰਬਾਣੀ ਦੇ ਨਿਤਨੇਮ ਆਪ ਸਰਬਤ ਸੰਗਤਾਂ ਨੇ ਸਰਵਣ ਕੀਤੇ ਹਨ। ਆਓ ਸਾਧ ਸੰਗਤ ਜੀ, ਕੁਝ ਸਮਾਂ ਪਵਿੱਤਰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਗੁਰੂ ਸਾਹਿਬਾਂ ਦੇ ਦਿੱਤੇ ਉਪਦੇਸ਼ ਮੁਤਾਬਕ ਆਪ ਸਰਬਤ ਸੰਗਤਾਂ ਪਰਮੇਸ਼ਰ ਦੇ ਦਰ ਘਰ ਦੀਆਂ ਹਾਜ਼ਰੀਆਂ ਭਰਾਓ। ਖੰਡਾਂ ਬ੍ਰਹਮੰਡਾਂ ਦੇ ਮਾਲਕ ਹਾਜ਼ਰ ਨਾਜ਼ਰ ਗੁਰੂ ਗੁਰਤਾ ਗੱਦੀ ਤੇ ਵਿਰਾਜਮਾਨ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨ ਸਰਵਣ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਉਣ ਦੇ ਯਤਨ ਕਰੀਏ। ਆਓ ਸਾਧ ਸੰਗਤ ਜੀ, ਮਨ ਬਿਰਤੀਆਂ ਇਕਾਗਰ ਕਰਕੇ ਵਿਚਾਰ ਦੇ ਨਾਲ ਜੁੜੀਏ। ਵਿਚਾਰ ਆਪ ਸਰਬਤ ਸੰਗਤਾਂ ਸਰਵਣ ਕਰ ਰਹੇ ਹੋ। ਅਰਦਾਸ ਬੇਨਤੀ ਦੇ ਪਾਵਨ ਪਵਿੱਤਰ ਵਚਨਾਂ ਦੀ, ਅਰਦਾਸ ਬੇਨਤੀ ਦੇ ਸ਼ਬਦਾਂ ਦੀ ਵਿਚਾਰ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਪਾਵਨ ਪਵਿੱਤਰ ਇਹ ਵਚਨ ਆਪਾਂ ਪੜ੍ਹ ਰਹੇ ਹਾਂ। ਕੁਝ ਦਿਨਾਂ ਤੋਂ ਇਹਨਾਂ ਪਵਿੱਤਰ ਸ਼ਬਦਾਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਵਿਚਾਰ ਦੇ ਵਿੱਚ ਆਪ ਸਰਬਤ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ
ਮਨੁੱਖਾਂ ਦੇ ਹੀ ਨੂੰ ਸਮਝਾਉਣਾ ਕੀਤਾ ਹੈ। ਉਪਦੇਸ਼ ਦਿੱਤੇ ਨੇ ਕਿ ਮਨੁੱਖਾਂ ਦੇ ਹੀ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੇ ਸ਼ਬਦ ਦੇ ਨਾਲ ਜੁੜ, ਸ਼ਬਦ ਦੀ ਕਮਾਈ ਕਰ, ਸ਼ਬਦ ਦੀ ਆਰਾਧਨਾ ਕਰ, ਪਰਮੇਸ਼ਰ ਦੇ ਦਰ ਘਰ ਅੰਦਰ ਸੇਵਾ ਕਰਕੇ, ਨਾਮ ਜਪ ਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਉਣ ਦੇ ਯਤਨ ਕਰ। ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਦੇ ਕੁਝ ਬਚਨ ਗੁਰੂ ਸਾਹਿਬ ਜੀ ਬਗਦਾਦ ਦੀ ਧਰਤੀ ਨੇ ਸਭਾਏ ਮਾਣ ਨੇ, ਅਨੇਕਾਂ ਸੰਗਤਾਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਕੀਰਤਨ ਸਰਵਣ ਕੀਤਾ। ਭਾਈ ਮਰਦਾਨਾ ਸਾਹਿਬ ਜੀ ਨੇ ਰਬਾਬ ਦੀ ਸੇਵਾ ਨਿਭਾਈ ਹੈ ਸਤਿਗੁਰਾਂ ਦੇ ਨਾਲ। ਇਹ ਵਿਚਾਰ ਆਪਾਂ ਪਿੱਛੇ ਸਰਵਣ ਕੀਤੇ ਹੈ। ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਕਿ ਭਗਵਾਨ ਦੇ ਨਾਲ ਜੁੜਨਾ। ਉਸ ਤੋਂ ਅਗਲੀ ਵਿਚਾਰ ਆਪਾਂ ਸਰਵਣ ਕਰੀਏ। ਆਓ ਸ਼ਬਦ ਪੜ੍ਹਦੇ ਹਾਂ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕਾ ਕੀਆ ਅਸਥਾਨਾ। ਕਹਿੰਦੇ ਹਨ ਗਏ ਬਾਹਰ ਟਿਕਾਣਾ ਬਣਾਇਆ, ਫਿਰ ਗਿਣਤੀ ਕੀਤੀ। ਇੱਕ ਬਾਬਾ ਅਕਾਲ ਰੂਪ, ਦੂਜਾ ਬਾਬੀ ਮਰਦਾਨਾ। ਇੱਕ ਤਾਂ ਬਾਬਾ ਜੀ ਹਨ ਅਕਾਲ ਰੂਪ, ਤੇ ਦੂਜਾ ਰਬਾਬ ਵਜਾਉਣ ਵਾਲਾ ਮਰਦਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੇ ਬਾਗ ਨਵਾਜ ਕਰ, ਸਨ ਸਮਾਨ ਹੋਆ ਜਹਾਨਾ। ਸਨ ਮਨ ਨਗਰੀ ਭਈ, ਦੇਖ ਪੀਰ ਭਇਆ ਹਰਾਨਾ। ਵੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਬਾਬੇ ਦੇ ਕੀਰਤਨ ਨੂੰ ਸੁਣ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਬਗਦਾਦ ਦੇ ਪੱਥਰ ਦਿਲ ਲੋਕ ਜਿਹੜੇ ਸਨ, ਜਦੋਂ ਬਾਬੇ ਨੇ ਸ਼ਬਦ ਗਾਇਆ, ਭਾਈ ਮਰਦਾਨਾ ਸਾਹਿਬ ਜੀ ਨੇ ਰਬਾਬ ਵਜਾਈ ਹੈ। ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਵਜਾ ਰਬਾਬ, ਬਾਣੀ ਆਈ ਹੈ। ਬਗਦਾਦ ਦੀ ਧਰਤੀ ਤੇ ਰਬਾਬ ਵੱਜੀ, ਪੱਥਰ ਦਿਲ ਲੋਕ ਪਤੀਜ ਗਏ। ਤੇ ਜਿਹੜੇ ਬਾਬੇ ਨੂੰ ਪੱਥਰ ਮਾਰਨ ਆਏ ਸਨ ਸਾਧ ਸੰਗਤ ਜੀ, ਸ਼ਬਦ ਕੀਰਤਨ ਸੁਣਦਿਆਂ ਸਾਰ ਉਹ ਖੁਦ ਹੀ ਪੱਥਰ ਹੋ ਗਏ।
जदों बंदा अपनी शुद्ध बुद्ध भुल जाए ना साध संगत जी, तो एक थां ते पूरी तरह टिक जाए तो असी कहने कि बंदा पत्थर हो गया। कीर्तन सुनने वालियां नूं ये भुल ही गया है कि असी पत्थर मारन आए हां। जदों बाबे ने बाणी गाई, भाई मर्दाना साहब जी ने रबाब बजाई, कीर्तन विच इन्नी ताकत सी, शब्द विच इन्नी ताकत है। गुरु प्यारी साध संगत जी के उन्हां दे हाथ विच फड़े पत्थर फड़े ही रह गए। इन्ना सोहना इन्ना रस भरिया गुरु नानक साहब महाराज जी ने कीर्तन किया है। बगदाद की धरती ते बाबे दे कीर्तन ने उन्हां दे अंदर नूं सुन मन करके रख दिता है। सुन मन का अर्थ है उन्हां दे अंदर कोई फुरना नहीं। उत्थे फिर शब्द वरते सतगुरु पातशाह जी कहते ने, सुन मन नगरी भई देख पीर भया हैराना, वेखा ध्यान लगाए कर एक फकीर वड्डा मस्ताना, पुछया फिर कै दस्तगीर कौन फकीर किसदा कहराना। ते सतगुरु पातशाह जी की कृपा हुई, संगतां ने ये शब्द सुने। भाई मर्दाने ने उत्तर दिता सी, नानक कलम है आया, रब फकीर इको पहचाना, धरत आकाश चौहू दस जाना। असी कई बारी कहने कि मुसलमाना विच राग दी मनाही है। पिछले विचार दे विच आपां श्रवण कीता है, गुरु नानक साहब महाराज जी ने भाई मर्दाने नूं जदों रबाब लैके दित्ती ते कहा सी कि शब्द नूं राग दे विच गाई। हैरानगी की गल है कि जिन्हां ने मनाही की है, जिन्हें मुसलमाना विच गवैये होए ने गवैये, शायद इन्ने उस्ताद गाउण वाले कितों ना मिलना, इन्ने होए ने मुसलमान वीरां दे विच जिन्ने भी गवैये होए ने। मेरे गुरु नानक साहब महाराज जी ने साध संगत जी 19 राग उच्चारण किए ने। 19 राग धन गुरु ग्रंथ साहब महाराज जी दे विच दर्ज ने। कई राग अजिहे विखम हन जिन्हां गुरु दे कीर्तनीय भी कीर्तन करन लग्या संकोच करते हैं। यही कीर्तन की दात फिर साध संगत जी गुरु अंगद साहब महाराज जी दे कोल गई। पहला रबाबी है भाई मर्दाना, उस तो बाद इस दे पुत्र, उस तो बाद बाबा सता बलवंड जी आए। भाई मर्दाने दी
ਪੀੜ੍ਹੀ ਦੇ ਵਿੱਚੋਂ ਸਾਧ ਸੰਗਤ ਜੀ ਅੱਜ ਵੀ ਅੰਸ਼ ਵੰਸ਼ ਕਾਇਮ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਦੀ ਦਾਤ ਆਮ ਸਿੱਖਾਂ ਨੂੰ ਵੀ ਦਿੱਤੀ ਗਈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ 3 ਸਿੱਖ ਆਏ ਸਨ। ਇਹਨਾਂ ਤਿੰਨਾਂ ਨੇ ਆਉਂਦਿਆਂ ਸਾਰ ਇੱਕ ਸਵਾਲ ਕੀਤਾ ਸੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਕਹਿਣ ਲੱਗੇ, ਗੁਰੂ ਸਾਹਿਬ ਜੀ, ਇੱਕ ਕਿਰਪਾ ਕਰੋ, ਇੰਨੀ ਕਿਰਤ ਸਵੇਰ ਤੋਂ ਸ਼ਾਮ ਤੱਕ ਕਰਦੇ ਹਾਂ, ਇੰਨੀ ਕਿਰਤ ਕਰਦੇ ਹਾਂ, ਪਤਾ ਨਹੀਂ ਲੱਗਦਾ ਕਿ ਕਿੰਨੀਆਂ ਰੋਜ਼ ਭੁੱਲਾਂ ਹੁੰਦੀਆਂ ਨੇ। ਸਾਧ ਸੰਗਤ ਜੀ, ਕੋਈ ਅਜਿਹਾ ਤਰੀਕਾ ਦੱਸੋ। ਸਿੱਖ ਕਹਿਣ ਲੱਗੇ ਕਿ ਸਾਡੇ ਅੰਦਰ ਨੂੰ ਸੁਧੀ ਮਿਲ ਜਾਏ, ਅਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਅਭੇਦ ਹੋ ਸਕੀਏ। ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ, ਇਹਨਾਂ ਤਿੰਨਾਂ ਨੂੰ ਕਿ ਬਾਣੀ ਪੜੋ। ਬਾਣੀ ਦੂਜਾ ਵਚਨ ਕੀਤਾ ਕਿ ਕੀਰਤਨ ਸੁਣੋ। ਤੀਜਾ ਵਚਨ ਕੀਤਾ ਕਿ ਸ਼ਬਦ ਦੀ ਵਿਚਾਰ ਜ਼ਰੂਰ ਕਰੋ, ਪਵਿੱਤਰ ਗੁਰਬਾਣੀ ਦੀ ਵਿਚਾਰ ਸ਼ਰਵਣ ਕਰੋ। ਉੱਥੇ ਸਿੱਖਾਂ ਨੇ ਕਿਹਾ, ਕਹਿਣ ਲੱਗੇ ਮਹਾਰਾਜ, ਬਾਣੀ ਪੜ੍ਹਨ ਦਾ ਮਹੱਤਵ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਆਰੀ ਸਾਧ ਸੰਗਤ ਜੀ ਮਨੁੱਖਾ ਦੇਹੀ ਨੂੰ ਸਮਝਾਉਣਾ ਕਰਦੇ ਨੇ। ਉਪਦੇਸ਼ ਦਿੱਤਾ ਕਿ ਬਾਣੀ ਪੜ੍ਹ, ਕੀਰਤਨ ਸੁਣ, ਵਿਚਾਰ ਸਰਵਣ ਕਰ। ਹੁਣ ਬਾਣੀ ਪੜ੍ਹਨ ਦਾ ਮਹੱਤਵ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛੀਏ, ਸਤਿਗੁਰੂ ਪਾਤਸ਼ਾਹ ਦੱਸਣਾ ਕਰੋ, ਕੀਰਤਨ ਸੁਣਨ ਦਾ ਮਹੱਤਵ ਕੀ ਹੈ ਤੇ ਕਥਾ ਸੁਣਨ ਦਾ ਮਹੱਤਵ ਕੀ ਹੈ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਗੁਰਦੁਆਰੇ ਵਿੱਚ ਬਾਣੀ ਦਾ ਪਾਠ ਕਰਨਾ ਇਸ ਤਰ੍ਹਾਂ ਜਿਵੇਂ ਖੂਹ ਦੇ ਪਾਣੀ ਨਾਲ ਆਪਣੀ ਪੈਲੀ ਭਰਦੀ ਹੈ। ਮਹਾਰਾਜ ਕੀਰਤਨ। ਦੂਜਾ ਸਵਾਲ ਪੁੱਛਿਆ ਗਿਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੀਰਤਨ ਕਰਨਾ ਇਸ ਤਰ੍ਹਾਂ ਜਿਵੇਂ ਬੱਦਲ ਚੜ੍ਹ ਕੇ ਆਏ ਤੇ ਮੌਲੇ ਧਾਰ ਵਰਖਾ ਹੋਵੇ। ਤੇ ਤੀਸਰਾ ਵਚਨ ਪੁੱਛਿਆ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਤੇ ਕਥਾ। ਕਹਿਣ ਲੱਗੇ ਗੁਰਦੁਆਰੇ ਵਿੱਚ ਕਥਾ ਇਸ ਤਰ੍ਹਾਂ ਹੈ ਜਿਵੇਂ ਹਵਾ ਖਲੋ ਜਾਏ, ਹਵਾ ਖਲੋ ਜਾਏ, ਬੱਦਲ ਰੁਕ ਜਾਏ ਤੇ ਪੈਲੀ ਵਾਹੀ ਹੋਵੇ, ਪੈਲੀ ਵਾਹੀ ਹੋਵੇ। ਆਪਾਂ ਹੁਣ ਤਿਆਰ ਕਰਾਂਗੇ ਨਾ ਗੁਰੂ ਪਿਆਰੀ ਸਾਧ ਸੰਗਤ ਜੀ, ਕਣਕ ਬੀਜਣ ਦੇ ਲਈ ਧਰਤੀ ਨੂੰ, ਪੈਲੀ ਨੂੰ ਵਾਹ ਕੇ ਚੰਗੀ ਤਰ੍ਹਾਂ ਸੋਧ ਕੇ ਇਸ ਦੇ ਵਿੱਚ ਕਣਕ ਦਾ ਬੀਜ ਬੀਜਣਾ ਹੈ ਤੇ ਕਣਕ ਦਾ ਝਾੜ ਹੈ ਜਿਹੜਾ ਉਹ ਚੰਗਾ ਨਿਕਲ ਜਾਵੇ। ਜਦੋਂ ਤੱਕ ਫਸਲ ਪੱਕ ਨਹੀਂ ਜਾਂਦੀ ਸਾਧ ਸੰਗਤ ਜੀ, ਉਦੋਂ ਤੱਕ ਕਿਸਾਨ ਵੀਰ ਆਪਣੇ ਖੇਤ ਦੇ ਵਿੱਚ ਮਿਹਨਤ ਕਰਦਾ ਹੈ, ਉਸ ਦੀ ਰਾਖੀ ਕਰਦਾ, ਉਸ ਦੀ ਸੰਭਾਲ ਕਰਦਾ, ਪਾਣੀ ਲਾਉਂਦਾ, ਰੇਹਾਂ ਸਪਰੇਆਂ ਹਰ ਪੱਖੋਂ ਧਿਆਨ ਰੱਖਿਆ ਜਾਂਦਾ ਹੈ। ਕਹਿੰਦੇ ਬੱਦਲ ਰੁਕ ਜਾਏ, ਪੈਲੀ ਵਾਹੀ ਹੋਵੇ ਤੇ ਜਿੰਨੀਆਂ ਬੂੰਦਾਂ ਉਹਨਾਂ ਬੱਦਲਾਂ ਵਿੱਚੋਂ ਨਿੱਕੀਆਂ ਨਿੱਕੀਆਂ ਡਿੱਗਣ ਤੇ ਸਾਰੀਆਂ ਡਿੱਗਦੀਆਂ ਸਾਰ ਧਰਤੀ ਦੇ ਵਿੱਚ ਰਚ ਜਾਣ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਵਿਚਾਰ ਸਰਵਣ ਕਰਨ ਦਾ, ਗੁਰੂ ਦੀ ਬਾਣੀ ਪੜ੍ਹਨ ਦਾ, ਗੁਰੂ ਦੀ ਬਾਣੀ ਸੁਣਨ ਦਾ, ਇਹ ਇੰਨੀ ਕਿਰਪਾ ਹੋ ਜਾਵੇਗੀ। ਕਹਿੰਦੇ ਜੇਕਰ ਸਰੀਰ ਧਰਤੀ ਨੂੰ ਅੰਦਰੋਂ ਸੋਧ ਕੇ ਇਸ਼ਨਾਨ ਕਰਕੇ ਗੁਰੂ ਦੀ ਹਜ਼ੂਰੀ ਅੰਦਰ ਬੈਠ ਕੇ
ਗੁਰੂ ਦਰਬਾਰ ਵਿਖੇ ਹਾਜ਼ਰੀ ਭਰ ਕੇ ਤੂੰ ਭਾਵਨਾ ਦੇ ਨਾਲ ਬਾਣੀ ਸੁਣੇਗਾ, ਕੀਰਤਨ ਸੁਣੇਗਾ, ਕਥਾ ਸੁਣੇਗਾ। ਫਿਰ ਕਹਿਣ ਲੱਗੇ ਕਥਾ ਦਾ ਭਾਵ ਹੈ ਕਿ ਜਦੋਂ ਸਿੱਖ ਪਾਠ ਕਰਦਾ ਤੇ ਪਾਠ ਕਰਨ ਵਾਲੇ ਦਾ ਆਪਣਾ ਭਲਾ ਹੁੰਦਾ ਹੈ। ਉਹਦਾ ਪਾਣੀ ਆਪਣੇ ਖੇਤਾਂ ਤੱਕ ਸੀਮਤ ਹੈ ਤੇ ਵੱਧ ਤੋਂ ਵੱਧ ਨਾਲ ਗਵਾਂਢੀ ਖੇਤ ਆਉਣਗੇ ਸਾਧ ਸੰਗਤ ਜੀ, ਉੱਥੇ ਬੱਚਾ ਆਇਆ ਜਾਵੇਗਾ। ਆਪਣਾ ਗਵਾਂਢੀ ਵੀਰ ਵੀ ਲਾ ਸਕਦਾ ਹੈ ਤਾਂ ਉਹਨਾਂ ਖੇਤਾਂ ਤੱਕ ਵੀ ਪਾਣੀ ਪਹੁੰਚ ਜਾਵੇਗਾ। ਤੇ ਪਰ ਯਾਦ ਰੱਖਿਓ, ਉਦਾਹਰਣ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਮਨੁੱਖਾ ਦੇਹੀ ਨੂੰ ਸਮਝਾਉਣਾ ਕਰਦੇ ਨੇ ਕਿ ਖੂਹ ਦਾ ਪਾਣੀ ਕਦੀ ਪਹਾੜ ਦੇ ਸਿਖਰ ਤੇ ਨਹੀਂ ਪਹੁੰਚ ਸਕਦਾ। ਪਾਠ ਕਰਨਾ ਖੂਹ ਦਾ ਪਾਣੀ ਹੈ ਤੇ ਤੇਰੀ ਆਪਣੀ ਪੈੜੀ ਅੰਦਰੋਂ ਹਿਰਦੇ ਘਰ ਵਾਲੀ ਪੈੜੀ ਅੰਦਰੋਂ ਸਿੱਜੀ ਜਾਵੇਗੀ। ਤੇ ਕੀਰਤਨ ਇਸ ਤਰ੍ਹਾਂ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਗੁਰਮੁਖੋ, ਜਿਵੇਂ ਮੌਲੇ ਧਾਰ ਬਰਸਾਤ ਹੋਵੇ, ਬੱਦਲ ਚੜ ਕੇ ਆਵੇ ਤੇ ਪਹਾੜ ਦੇ ਸਿਖਰ ਨੂੰ ਵੀ ਠੰਡਿਆਂ ਕਰ ਦਿੰਦਾ ਹੈ। ਜਦੋਂ ਗੁਰੂ ਦੀ ਬਾਣੀ ਦਾ ਕੀਰਤਨ ਹੋਵੇ ਤੇ ਪੱਥਰ ਵਾਂਗ ਸੁੱਕੇ ਹੋਏ ਹਿਰਦੇ ਵੀ ਬਾਣੀ ਨਾਲ ਸ਼ਾਂਤ ਹੋ ਜਾਂਦੇ ਨੇ। ਕਹਿਣ ਲੱਗੇ ਕਥਾ ਇਸ ਤਰ੍ਹਾਂ ਜਿਵੇਂ ਨਿਮੀ ਨਿਮੀ ਬਰਸਾਤ ਹੋਵੇ। ਕੀਰਤਨ ਦਾ ਮਤਲਬ ਇਹ ਹੈ ਕਿ ਅਸੀਂ ਸ਼ਬਦ ਕੋਈ ਪੜ੍ਹਦੇ ਹੋਈਏ, ਜਾਂ ਕਥਾ ਦਾ ਮਤਲਬ ਇਹ ਨਹੀਂ ਕਿ ਅਸੀਂ ਸ਼ਬਦ ਕੋਈ ਪੜ੍ਹਦੇ ਹੋਈਏ ਤੇ ਵਿਚਾਰ ਕੋਈ ਕਰੀ ਜਾਈਏ। ਕੀਰਤਨ ਦਾ ਮਤਲਬ ਇਹ ਹੈ ਪਹਿਲਾਂ ਸ਼ਬਦ ਪੜ੍ਹਿਆ ਜਾਏ, ਸ਼ਬਦ ਤੋਂ ਬਾਅਦ ਜਿਹੜੀ ਟੇਕ ਅਸੀਂ ਲਈਏ ਉਸ ਟੇਕ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਪ੍ਰਮਾਣ ਦਿੱਤੇ ਜਾਣ। ਕਥਾ ਦਾ ਮਤਲਬ ਇਹ ਹੈ ਕਿ ਗੁਰਮਤਿ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਣਾ। ਗੁਰਮਤਿ ਸਿਧਾਂਤ ਦ੍ਰਿੜ ਕਰਵਾਉਣ ਦਾ ਮਤਲਬ ਇਹ ਨਹੀਂ ਕਿ ਅਸੀਂ ਬਾਹਰ ਭੱਜੇ ਫਿਰੀਏ। ਜਿੰਨੀਆਂ ਮਰਜ਼ੀ ਉਦਾਹਰਨਾਂ ਲਈਏ ਸਾਧ ਸੰਗਤ ਜੀ, ਪਾਵਨ ਪਵਿੱਤਰ ਗੁਰਬਾਣੀ ਸਤਿਗੁਰਾਂ ਦੀ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਮਨੁੱਖਾਂ ਦੀ, ਪਰ ਅਖੀਰ ਵਿੱਚ ਗੁਰੂ ਦੇ ਸ਼ਬਦ ਤੇ ਆ ਕੇ ਗੱਲ ਮੁੱਕੇ। ਹਜ਼ੂਰ ਕਹਿੰਦੇ ਨੇ ਕਥਾ ਇਸ ਤਰ੍ਹਾਂ ਜਿਵੇਂ ਨਿਮੀ ਨਿਮੀ ਬਰਸਾਤ ਹੁੰਦੀ ਹੈ। ਕੀਰਤਨ ਹੋਵੇ, ਪ੍ਰਚਾਰਕ ਹੋਵੇ, ਪਾਠੀ ਹੋਵੇ, ਭਾਵੇਂ ਉਹ ਪ੍ਰਬੰਧਕ ਸ਼੍ਰੇਣੀ ਵਿੱਚ ਹੋਵੇ, ਹਰ ਬੰਦਾ ਗੁਰਦੁਆਰੇ ਵਿੱਚ ਚੌਕੀਦਾਰ ਤੋਂ ਲੈ ਕੇ ਉੱਚੇ ਪ੍ਰਬੰਧ ਤੱਕ ਹਰ ਇੱਕ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਆਉਣ ਵਾਲੇ ਨੂੰ, ਮਨੁੱਖਾ ਦੇਹੀ ਨੂੰ, ਆਉਣ ਵਾਲੀ ਨੂੰ, ਕਿ ਮੇਰੀ ਸਿੱਖੀ ਦਾ ਸਿਧਾਂਤ ਕੀ ਹੈ, ਸਾਡਾ ਇਤਿਹਾਸ ਕੀ ਹੈ, ਸਾਡੇ ਗੁਰੂਆਂ ਨੇ ਸਾਨੂੰ ਕੀ ਸਮਝਾਉਣਾ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਸੀ। ਉਹ ਕਹਿੰਦੇ ਹਨ ਕਈ ਵਾਰੀ ਕਈ ਬੰਦੇ ਗੁਰੂ ਕੋਲ ਰਹਿੰਦੇ ਨੇ, ਗੁਰੂ ਕੋਲ ਆਪਾਂ ਆਉਣੇ ਆ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾਉਣੇ ਆ, ਆਪਣਾ ਸਰੀਰ ਸੁੱਧ ਕੇ ਪਰਮੇਸ਼ਰ ਦੇ ਦਰ ਘਰ ਅੰਦਰ ਹਾਜ਼ਰੀ ਭਰੀ ਜਾਂਦੀ ਹੈ ਤੇ ਪਵਿੱਤਰ ਗੁਰਬਾਣੀ ਦੇ ਸ਼ਬਦ ਆਪਾਂ ਨੂੰ ਸੁਣਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਕਹਿ ਰਹੇ ਨੇ ਸੁਣਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਕਹਿ ਰਹੇ ਨੇ, ਭਗਤ ਜਨ ਕੀ ਕਹਿ ਰਹੇ ਨੇ, ਸਾਰੀ ਗੱਲ ਦੀ ਸਮਝ ਪੈਂਦੀ ਹੈ ਮਨੁੱਖਾ ਦੇਹੀ ਨੂੰ। ਪਰ ਅੰਦਰੋਂ ਕਦੀ ਨਾਮ ਨਾਲ ਭਿੱਜਦੇ ਨਹੀਂ। ਮਾਰੂ ਰਾਗ ਦੇ ਵਿੱਚ ਇਹ ਸ਼ਬਦ ਹੈ, ਉੱਥੇ ਹਜ਼ੂਰ ਨੇ ਕੇਵਲ ਇੱਕ ਸਰੋਵਰ ਦੀ ਉਦਾਹਰਨ ਲਈ ਹੈ
ਉੱਥੇ ਛੋਟੇ ਛੋਟੇ ਕਮਲ ਦੇ ਫੁੱਲ ਉੱਗੇ ਨੇ। ਸਤਿਗੁਰੂ ਪਾਤਸ਼ਾਹ ਜੀ 990 ਅੰਗ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਾਰੂ ਰਾਗ ਦੇ ਵਿੱਚ ਬਚਨ ਕਰਦੇ ਨੇ, ਮਨੁੱਖਾ ਦੇਹ ਨੂੰ ਸਮਝਾਉਂਦੇ ਆ। ਬਿਰਮ ਮਝਾਰ ਬਸਸ ਨਿਰਮਲ ਜਲ ਪਦਮਨ ਚਾਵਲ ਰੇ। ਪਦਮਨ ਚਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਦਾਦਰ ਤੂੰ ਕਬਹਿ ਨਾ ਜਾਣ ਸਰੇ। ਪਖਸ ਸਿਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਮ ਲਖ ਸਰੇ। ਬਸ ਜਲ ਮਿਤ ਨ ਵਸਤ ਅਲੀ ਅਲ ਮੇਰ ਚੱਚਾ ਗੁਨ ਰੇ। ਚੰਦ ਕੁਮੰਦਨੀ ਦੂਰੋਂ ਨਿਵਸਸ ਅਨਭਉ ਕਾਰਨ ਰੇ। ਰਹਾਉ ਦੀ ਪੰਕਤੀ ਦੇ ਵਿੱਚ ਹਜ਼ੂਰ ਕਹਿੰਦੇ ਨੇ, ਉਪਦੇਸ਼ ਦੇ ਕੇ ਸਮਝਾਉਣਾ ਕੀਤਾ ਕਿ ਸਰੋਵਰ ਵਿੱਚ ਰਹਿਣ ਵਾਲੇ ਡੱਡੂ ਤੈਨੂੰ ਕਦੀ ਸਮਝ ਨਹੀਂ ਪਈ। ਗੁਰੂ ਸਾਹਿਬ ਕਹਿੰਦੇ ਸਰੋਵਰ ਦੇ ਵਿੱਚ ਰਹਿਣ ਵਾਲੇ ਡੱਡੂ ਤੈਨੂੰ ਕਦੇ ਸਮਝ ਨਹੀਂ ਪਈ। ਪੁੱਛਣਾ ਕਰੀਏ ਸਤਿਗੁਰੂ ਪਾਤਸ਼ਾਹ ਦੱਸਣਾ ਕਰੋ ਕਿਸ ਤਰ੍ਹਾਂ ਦੀ ਸਮਝ ਦੀ ਗੱਲ ਕਰਦੇ ਹੋ, ਕਿਉਂ ਮਹਾਰਾਜ? ਕਹਿਣ ਲੱਗੇ ਇੰਨੀ ਬਦਕਿਸਮਤੀ ਹੈ, ਰੋਜ਼ ਸਰੋਵਰ ਦੇ ਵਿੱਚ ਰਹਿੰਦਾ ਹੈ। ਡੱਡੂ ਸਾਧ ਸੰਗਤ ਜੀ ਰੋਜ਼ ਪਾਣੀ ਦੇ ਵਿੱਚ ਰਹਿੰਦਾ। ਕਹਿੰਦੇ ਰੋਜ਼ ਸਰੋਵਰ ਦੇ ਵਿੱਚ ਰਹਿਣਾ ਹੈ ਤੇ ਤੂੰ ਸਾਰੀ ਜ਼ਿੰਦਗੀ ਜਾੜਾ ਤੇ ਚਿੱਕੜ ਹੀ ਖਾਂਦਾ ਰਿਹਾ। ਤੈਨੂੰ ਅਜੇ ਤੱਕ ਇਹ ਸਮਝ ਨਹੀਂ ਪਈ ਕਿ ਇਸ ਚਿੱਕੜ ਦੇ ਉੱਤੇ ਕਮਲ ਦਾ ਫੁੱਲ ਉੱਗਿਆ ਹੈ ਤੇ ਜਿਸ ਦੀ ਸੁਗੰਧੀ ਲੈਣ ਲਈ ਭਵਰੇ ਕਿੰਨੀ ਦੂਰ ਤੋਂ ਆਉਂਦੇ ਨੇ। ਭਵਰੇ ਨੇ ਆਉਣਾ, ਸੁਗੰਧੀ ਮਾਨਣੀ ਤੇ ਆਪਣੇ ਟਕਾਲੇ ਨੂੰ ਚੱਲ ਪੈਣਾ, ਪਰ ਡੱਡੂ ਸਾਰੀ ਜ਼ਿੰਦਗੀ ਚਿੱਕੜ ਖਾਂਦਾ ਰਿਹਾ। ਉਸ ਨੂੰ ਕਮਲ ਦੇ ਫੁੱਲ ਦੀ ਸਾਰ ਨਹੀਂ। ਹਜ਼ੂਰ ਕਹਿੰਦੇ ਨੇ ਕਿ ਤੂੰ ਕਹੇਗਾ ਕਿ ਦੇਖੋ ਜੀ ਇਸ ਸਰੋਵਰ ਵਿੱਚ ਚਿੱਕੜ ਹੈ, ਮੇਰਾ ਕਸੂਰ ਕੀ ਹੈ? ਸਾਨੂੰ ਕਹਿੰਦੇ ਨਹੀਂ, ਅਸਲ ਵਿੱਚ ਆਪੋ ਆਪਣੀ ਬਿਰਤੀ ਹੈ। ਬਿਰਤੀ ਉੱਥੇ ਸਰੋਵਰ ਵਿੱਚ ਨਿਰਮਲ ਪਾਣੀ ਵੀ ਹੈ, ਉੱਥੇ ਸਰੋਵਰ ਦੇ ਵਿੱਚ ਜਾਲਾ ਵੀ ਹੈ, ਉਸ ਸਰੋਵਰ ਵਿੱਚ ਕਮਲ ਦਾ ਫੁੱਲ ਵੀ ਉੱਗਿਆ ਹੈ। ਤੇ ਜੇ ਚਿੱਕੜ ਵਿੱਚ ਰਹਿ ਕੇ ਕਮਲ ਸੁਗੰਧੀ ਪੈਦਾ ਕਰ ਸਕਦਾ ਹੈ ਤੇ ਤੂੰ ਔਗਣਾਂ ਦੇ ਵਿੱਚ ਭਰਿਆ ਹੋਇਆ ਮਨੁੱਖਾ ਦੇਹੀ, ਔਗਣਾਂ ਦੇ ਵਿੱਚ ਭਰਿਆ ਹੋਇਆ ਵਿੱਚ ਰਹਿ ਕੇ ਨਾਮ ਦੀ ਸੁਗੰਧੀ ਕਿਉਂ ਨਹੀਂ ਲੈ ਸਕਦਾ? ਤੇਰਾ ਸਿਰਫ ਇੱਕ ਬਹਾਨਾ ਹੈ ਕਿ ਅੰਮ੍ਰਿਤ ਵੇਲੇ ਜੀ ਉੱਠਿਆ ਨਹੀਂ ਜਾਂਦਾ। ਇਸ਼ਨਾਨ ਕਰਨਾ ਬੜਾ ਔਖਾ ਹੈ, ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ। ਕਦੀ ਸਿੱਖ ਦੀ ਅਜਿਹੀ ਬਿਰਤੀ ਹੋ ਜਾਏ ਕਿ ਇੰਨੇ ਚਿੱਕੜ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਕਮਲ ਦੀ ਤਰ੍ਹਾਂ ਨਿਰਲੇਪ ਰੱਖੇ। ਅਗਲਾ ਬਚਨ ਸਾਹਿਬ ਨੇ ਕਿਹਾ ਹੈ, ਕਹਿੰਦੇ ਨੇ ਦੇਖ ਤੂੰ ਨੇੜੇ ਰਹਿ ਕੇ ਵੀ ਕੁਝ ਨਾ ਖਟਿਆ, ਸਾਰੀ ਉਮਰ ਗਵਾ ਲਈ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖਟਿਆ। ਕਿਸੇ ਲਖਾਰੀ ਨੇ ਮਨੁੱਖਾ ਦੇਹ ਨੂੰ ਇਹ ਤਾਨਾ ਵੀ ਮਾਰਿਆ। ਸਵੇਰੇ ਕਮਲ ਖਿੜਦਾ ਹੈ ਤੇ ਜਦੋਂ ਰਾਤ ਨੂੰ ਚੰਦਰਮਾ ਦੀ ਚਾਂਦਨੀ ਆਉਂਦੀ ਹੈ ਤੇ ਉਦੋਂ ਕੁਮੀਆਂ ਖਿੜਦੀਆਂ ਨੇ। ਸਾਹਿਬ ਕਹਿਣ ਲੱਗੇ ਮਨਾ
तेरे नालों तां ਇਹ ਚੰਗੀ है। चंद्रमा किन्नी दूर है। चंद्रमा ਆਪਾਂ देखते हाँ ਜਦੋਂ ਸਵੇਰ ਹੁੰਦੀ ਹੈ ਸਾਧ ਸੰਗਤ जी ਤੇ सूरज निकलता है ਤੇ अनेक तरह ਦੀਆਂ ਬੂਟਿਆਂ ਦੇ ਫੁੱਲ ਬੂਟਿਆਂ ਦੇ ਫੁੱਲ ਬਾਹਰ ਲਿਆਉਂਦੇ ਨੇ। कहते चंद्रमा किन्नी दूर है, कुम्मी पानी विच है। उस कुम्मी ने चंद्रमा नूं देख के इकोदम खेड़ा ले आंदा। वो दूर रह के भी प्यारे तो कुर्बान जाती है ते तू नेड़े रह के भी मनुखा दे ही कदे प्यार नहीं कीता। सतगुरु पातशाह कहते ने चंद कुमंदनी दूरों हो निवसस अनभव कारण रे। अगला वचन किया अमृत खंड दूध मत। अमृत वर्गा दुध है, इस दे अंदर शहद वर्गी मिठास है, पर तेरी बिरती की है। सतगुरु पातशाह कहते सच तू बन चातर रे। तू इस दुध दे कोल रह के भी केवल ते केवल चिक्कड़ की तरह गंदा खून पी जाना है। तैनू समझ ही कोई नहीं कि इस खून दे अगे अमृत वर्गा दुध भी है। गुरु प्यारी साध संगत जी अनेक तरह दियां उदाहरणा दे के सतगुरु पातशाह मनुखा देही नूं समझाउंदे ने। आपां विचार कर रहे हैं गुरुद्वारियां दा ध्यान धर के इन्हां वचनां दी अरदास बेनती दी विचार। गुरुद्वारियां दा ध्यान धरदे हां रोज अरदास विच इस करके कि उत्थों जीवन निकलदा। जीवन इत्थे गुरु दे चरनां दे विच आया परमेश्वर दे नाल जुड़न दा सीधा रास्ता मिलदा है। संसार दी यात्रा करन लई गुरु साहब जी अनेक प्रकार दीयां उदाहरणां दे के मनुखा देही नूं समझाउणा करदे ने कि अच्छा जीवन जीण दे लई तू परमेश्वर अकाल पुरख प्रभु परमात्मा नूं याद कर। उत्थे जीवन वाला पाठ करे। जीवन चंगा होवेगा तां साध संगत जी फिर ही अमृत वेले उठ के आपां गुरुद्वारा साहिब विखे आवांगे। उत्थे जीवन वाला कीर्तन करे, उत्थे जीवन वाला कथा सुने, बाणी सुने। जदों बाबा बुढ़ा साहब जी आउंदे सन साध संगत जी तां गुरु हरगोबिंद साहब सच्चे पातशाह छेवें पातशाह उठ के सिंघासन तो अदब करते होंदे सन। बाबा बुढ़ा साहब जी का सत्कार अथाह सत्कार। इन्ना सत्कार करना जदों देख लेना बाबा बुढ़ा साहब जी आ रहे ने उठ के खलो जाना। साध संगत जी इन्ना सत्कार। बाबा बुढ़ा साहब जी पहले ग्रंथी सिंह हन। जिस दिन बाबा जी ने अकाल चलाना किया तां ग्रंथी होवे इहो जिहा सत्कार करना सीखना है। हर मनुखा देही नूं चाहीदा है जो परमेश्वर के दर ते आउंदी है हर प्रकार का सत्कार, संगत का सत्कार। सब तो पहला धन गुरु ग्रंथ साहब महाराज जी का सत्कार, गुरु की आग्या, गुरु के शब्द का भय, गुरु के वचनों के विच रहना। सत्कार करना सीखना है तो गुरु हरगोबिंद साहब महाराज जी के कोलों सिखो वचन पढ़ के। कितना सत्कार है। हजूर ने कहा दाता बस एक कृपा करो, मैं चलिया ते अंतले समय मैनू सांभ लियो। बाबा बुढ़ा साहब जी कहन लगे
अंतरा समा आया, हरगोबिंद साहब महाराज जी गए। जदों गए तो बाबा बुढ़ा साहब जी आसन पर बैठे सन, उठन लगे तो धन गुरु हरगोबिंद साहब महाराज जी ने अगे बढ़ के उन्होंने गोडियां नूं हाथ ला दिता ते कहा, बाबा जी इत्थे ही टिको। असीं कहांगे कि लो जी, जदों असीं बुद्धि दे तल ते जियांगे तां असीं तर्क करांगे गुरु सी जी, गुरु ਉਹ सिख दे अगे किवें झुकेंगे? वो तो गुरु सी, आपां गुरु अगे झुकदे आ, किवें झुके? उसे गुरु की जोत कहती है 305 अंग ते धन गुरु ग्रंथ साहब महाराज जी दे शब्द है। गुरु हरगोबिंद साहब महाराज सत्कार योग बाबा बुढ़ा साहब जी दे अगे झुके, कहन लगे बैठो, अपने आसन ते टिके रहो। कहते ने जो सास गरास ध्याए मेरा हर हर, सो गुरसिख गुरु मन भावै। जिहड़ा गुरु नूं ध्याउंदा है, बाबा बुढ़ा साहब जी ने सेवा की है गुरु साहबां दे चरनां दे विच रह के, ते गुरु नूं ताई भाउंदा है। जो सास गरास ध्याए मेरा हर हर, सो गुरसिख गुरु मन भावै। गुरु नूं भाउंदा है वो सिख जिस नूं दयाल होवै मेरा स्वामी, तिस गुरसिख गुरु उपदेश सुनावै। जन नानक धूड़ मंगै तैन गुर सिख की, जो आप जपै अवरे नाम जपावै। गुरु दे ग्रंथी दा अंतला समा आया। गुरु हरगोबिंद साहब महाराज जी गए, सतगुरु नानक पातशाह जी बाबा बुढ़ा साहब जी का उत्थे अदब किया। कृपालू दाता जी ने, हरगोबिंद साहब महाराज जी ने बाबा बुढ़ा साहब जी का उत्थे सत्कार किया, अदब किया। उठन लगे पर उठन नहीं दिता। आपने बाबा बुढ़ा साहब जी दे नाल सारी रात वचन विलास किते है। जदों अंतला समा आया ना, साध संगत जी बाबा बुढ़ा साहब जी का कहन लगे जी समा हो चले, अंतला समा आ गया। सारी रात हरगोबिंद साहब महाराज जी ने विचारा कीतियां, बाबा बुढ़ा साहब जी ने वचन विलास किते। हुण समा आ गया, कहन लगे बाबा जी दे अंतले समय गुरु हरगोबिंद साहब महाराज जी ने वधाई दिती है, वधाई। साध संगत जी बाबा बुढ़ा साहब जी नूं कहन लगे चले हो, वधाई दिती। कहंदे संसार नूं छड्ड के परमेश्वर दे सदे मुताबक चले हो, वधाई दिती। गुरु साहब जी ने लोकी जन्म वेले वधाई दिंदे ने। साध संगत जी इत्थे सिख दे चलाने की वधाई दिती गुरु हरगोबिंद साहब महाराज जी ने। पूछया क्यों? कहन लगे हकीकत है कि अफसोस उन्हां दा करीदा है, अफसोस गुरु पातशाह जी कहते उन्हां दा करीदा जिहड़े जिंदगी तबाह करके जाते ने। जिसने 113 साल, बाबा बुढ़ा साहब जी ने 113 साल की उम्र, 113 साल की सेवा दे विच एक दिन भी दाग नहीं लगन दिता। इन्ना लंबा समा इसने जान ते वधाई ना देवा। गुरु साहब कहन लगे बाबा बुढ़ा जी तां होर की देवा। आप मोढा लाया सतगुरु पातशाह जी ने ते चिखा तक आप लेके गए बाबा बुढ़ा साहब जी नूं। जदों चिखा नूं अग लगी तां गुरु हरगोबिंद साहब महाराज जी दे नेत्र सिजले सन।
जिस दिन बाबा जी की अंतम अरदास हुई तो गुरु हरगोबिंद साहब महाराज उत्थे ही रहे। भाई गुरदास साहब जी ने पाठ किया कि गुरु दे ग्रंथी दा अदब नहीं। गुरुद्वारे पाठ कीर्तन कथा विचार सब तो पहली गल कहण दे नाल थोड़ा बहुता कमाया जाए। गुरुद्वारे दियां निशानियां कुछ वखरियां ने साध संगत जी। पहली गल उत्थे गुरु ग्रंथ साहिब जी महाराज जी का प्रकाश है। दूजी निशानी है इत्थे संगत भी है। तीजी निशानी है इत्थे कीर्तन पाठ की मर्यादा कायम होवे। चौथी निशानी है उत्थे पंगत भी लगती होवे। पंजवीं निशानी है उत्थे निशान साहिब भी झूलता होवे। ते छेवीं निशानी है विचार आपां कर रहे सां गुरुद्वारियां सरबत गुरुद्वारियां दी। उत्थे खाण तो पहला नगारा भी बजदा होवे। छकण तो पहला नगारा भी बजदा होवे। ये गुरुद्वारे की निशानी है। भाई साहब भाई कान सिंह जी कहते हैं कि हर गुरुद्वारे दे नाल बच्चियां नूं तालीम देण लई स्कूल होवे। दूजा वचन उत्थे दवाखाना होवे। अनेकां थावां ते सहूलतां आपां नूं प्राप्त होंदियां। लोड़वंद भी उत्थे सेवा कीती जाए। नाल वचन कीते सन कि इत्थे इस्त्रियां की सिखलाई लई उचित प्रबंध किया जाए। जदों असीं गुरुद्वारे की गल करते हैं तो कोई भी पक्ष नहीं रहिंदा जिहड़ा संसार दा सानू गुरुद्वारे दे विचों ना मिले। गुरुद्वारियां विच धर्म प्रचार चलदा है। उत्थे प्रबंध विचारां करनियां कोई माड़ी गल नहीं। उत्थे पंथ दे वाधे लई सोचना कोई माड़ी गल नहीं। रब मेहर करे साध संगत जी गुरुद्वारियां दा ध्यान टकाउंदे हां ते ध्यान धरदियां सार गुरुद्वारियां विचों सानू जीवन दी झलक पवे। जीवन दी इह सी साध संगत जी विचार सरबत गुरुद्वारियां दा ध्यान धर के। पिछले कुछ दिनों तो आपां ये विचार सरवण कर रहे हैं। इस तरह मनुखादेही नूं उदाहरणां दे के सिख संगतां नूं सतगुरु पातशाह जी ने समझाउणा कीता है कि परमेश्वर दे नाल जुड़, बाणी पढ़, गुरु दी गल नूं हिरदे घर रूपी अंदर वसा। करोड़ां जन्मां दा जिहड़ा अंदरों सड़िया होया है इस नूं शुद्ध करन दे लई काफी लंबा समा अनेका शरीरां दे विच तो भटकदा रहा है। शुद्ध करके परमेश्वर दे चरनां दे विच सदा लई लीन होण लई नाम जप, अमृत वेले उठ, उद्दम उपराला कर, परमेश्वर दे दर घर दी हाजरी भर के सेवा करके अपना मनुखा जीवन सफल बना। आओ साध संगत जी समा हो चुका है। अरदास बेनती करिए। गुरबाणी पढ़दे हां, विचार करदे हां, सेवा करदे हां, हाजरियां भरदे हां। अनेक प्रकार दीयां त्रुटियां रह गईयां होणगीयां। सतगुरु बख्शण योग हन। आप सरबत संगतां बख्शण योग हो, वड भागे हो। अमृत वेले गुरु साहिबां दे दित्ते उपदेश मुताबक आप जियां ने परमेश्वर दे दर घर दीयां हाजरियां भरियां हन। पवित्र गुरबाणी सरवण कीती है। गुरु साहिबां दे पावन पवित्र वचन सरवण कीते ने। सतगुरु पातशाह जी कृपा करन। सारियां संगतां दीयां हाजरियां लेखे विच लाओ। दारों करो गुरसिੱਖੀ नामदान दीयां दातां बख्शिश करन। यतन करया करिए उद्दम उपराला करके अमृत वेले इशनान करके कुछ समा, कुछ घड़ियां, कुछ पल गुरु साहिबां दी पावन पवित्र हजूरी अंदर अपनी हाजरी लवाइए। आओ जी श्लोक पढ़िए। अरदास बेनती विच हाजरियां लवाओ। कुलदीप सिंह।
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਚੰਗ ਆਈਆ ਬੁਰਿਆਈਆ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਨੇ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮਕੁ ਉਜਲੇ ਕੇਤੀ ਸੁਤੀ ਜਨੇ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮਕੁ ਉਜਲੇ ਕੇਤੀ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ